कहानी है, मैं कोई धरती हेठला धौला नहीं। हरप्रीत सिंह सेखा होना की कहानी है। सिवे की राख हजे ठंडी नहीं सी हुई, ब्याह भी रखता। मैं कहा कि रहन दिओ, हाले ब्याह काहनूं करना, आपे हुंदा फिर साल खंड तक कर लांगे। पर मन्ने नहीं, दलीलां देण लग गए। आखिर मैं आख ही दिता, कर लो फिर। हुण मैं की कह सकदा? लै थोड़े तो बिना भला दसो कि मैं कर लांगे। ये तो आपां नूं रल मिल के कौड़ी घुट भरनी पैनी है। मैं तुहानूं दसां, मेरा साडू ये कहण लग गया मैनूं, वीर जी ये ਉਹਦੀ ਇੱਛਾ ਸੀ, ਇਸੇ ਕਰਕੇ ਤਾਂ ਉਹ ਆਇਆ ਸੀ। ਜੇ ਨਾ ਆਉਂਦਾ ਕਾਹਨੂੰ ਆ ਦੇਖਣਾ ਪੈਂਦਾ। ਜਿੰਨੀ ਛੇਤੀ ਹੋ ਸਕਦਾ ਨਾ ਆਪਾਂ ਉਹਦੀ ਇਹ ਆਖਰੀ ਇੱਛਾ ਵੀ ਪੂਰੀ ਕਰ ਦਈਏ। ਜਦੋਂ ਮੇਰੀ ਸਾਲੀ ਨੇ ਹੌਕੇ 'ਚ ਲੈਂਦੀ ਨੇ ਇਹ ਗੱਲ ਕਹੀ ਤਾਂ ਮੈਨੂੰ ਹਾਂ ਕਰਨੀ ਪੈ ਗਈ ਤੇ ਭੋਗ ਤੋਂ ਚੌਥੇ ਦਿਨ ਵਿਆਹ ਰੱਖਤਾ। ਭੋਗ ਤੋਂ ਚੌਥੇ ਦਿਨ। ਪਰ ਮੇਰਾ ਸਰਵਣ ਤਾਂ ਮੇਰੀਆਂ ਅੱਖਾਂ ਤੋਂ ਇੱਕ ਪਲ ਲਈ ਪਾਸੇ ਨਹੀਂ ਸੀ ਹੁੰਦਾ। ਜਦੋਂ ਜਾਗ ਪੈਂਦਾ ਉਹ ਨਾਲ ਹੀ ਜਾਗ ਪੈਂਦਾ। ਰਾਤ ਨੂੰ ਜੇ ਕਦੇ ਥੋੜੀ ਮੋਟੀ ਅੱਖ ਵੀ ਲੱਗਦੀ ਤਾਂ ਮੈਨੂੰ ਸੁਪਨੇ 'ਚ ਦੱਸਣ ਲੱਗ ਜਾ ਕਰੇ। ਵਿਆਹ ਵਾਲੇ ਦਿਨ ਤੋਂ ਨਾ ਪਹਿਲੀ ਰਾਤ ਵੀ ਜਦੋਂ ਮਾੜੀ ਜਿਹੀ ਅੱਖ ਲੱਗੀ ਤਾਂ ਕੋਟ ਪੈਂਟ ਪਾ ਕੇ ਮੈਨੂੰ ਖੜਾ ਦਿਸਿਆ, ਕੁੜੀ ਨੂੰ ਸਹਾਰਾ ਦੇ ਕੇ ਲਾਵਾਂ ਕਰਵਾਉਂਦਾ। ਤੇ ਫਿਰ ਮੈਨੂੰ ਵਿਆਹ ਵਾਲੀ ਕੁੜੀ ਦੀ ਥਾਂ ਤੇ ਲਾਵਾਂ ਲੈਂਦੀ ਕਿਰਨ, ਮੇਰੀ ਨੂੰਹ, ਮੈਨੂੰ ਉਹ ਦਿਸਣ ਲੱਗੀ। ਮੈਨੂੰ ਆਪਣਾ ਆਪ ਵੀ ਦਿਸਿਆ, ਹੱਥ 'ਚ ਕੌਲਾ ਫੜਿਆ ਹੋਇਆ ਸੀ ਮੇਰੇ, ਸੋਟੀ ਦੇ ਸਹਾਰੇ ਖੜਾ ਭੀਖ ਮੰਗ ਰਿਹਾ ਸੀ। ਮੇਰੀ ਅੱਖ ਖੁੱਲ ਗਈ, ਮੈਂ ਰੋ ਰਿਹਾ ਸੀ। ਮੇਰਾ ਭੁੱਬਾ ਮਾਰਨ ਨੂੰ ਜੀ ਕੀਤਾ, ਦੂਜੇ ਨਾ ਜਾਗ ਜਾਣ। ਮੈਂ ਸੋਚ ਕੇ ਕਮਰੇ ਚੋਂ ਬਾਹਰ ਨਿਕਲਿਆ, ਖੇਸੀ ਦੀ ਬੁੱਕਲ ਮਾਰੀ ਤੇ ਮੈਂ ਡੁਸਕਦਾ ਕੋਠੇ ਤੇ ਚੜ ਗਿਆ। ਮੇਰੀ ਧਾਰ ਨਿਕਲ ਗਈ। ਮੇਰਾ ਜੀ ਕੀਤਾ ਕਿ ਮੈਂ ਉੱਚੀ ਉੱਚੀ ਆਵਾਜ਼ਾਂ ਮਾਰਾਂ ਉਹਨੂੰ, ਸ਼ਾਇਦ ਉਹ ਉੱਚੇ ਚੜੇ ਤੋਂ ਮੇਰੀਆਂ ਆਵਾਜ਼ਾਂ ਸੁਣੀ ਲਵੇ। ਇਹ ਸੋਚ ਕੇ ਮੈਂ ਚੁਬਾਰੇ ਦੀ ਛੱਤ ਤੇ ਚੜ ਗਿਆ। ਮੈਂ ਆਪਣੇ ਸਰਵਣ ਪੁੱਤ ਨੂੰ ਆਵਾਜ਼ਾਂ ਮਾਰਨ ਲੱਗ ਗਿਆ, ਓਏ ਸਰਬਣਾ, ਓਏ ਸਰਬਣਾ, ਓ ਸਰਬਣਾ ਕਿੱਥੇ ਤੁਰ ਗਿਆ ਤੂੰ? ਓਏ ਆ ਜਾ ਪੁੱਤਾ, ਮੁੜਿਆ ਯਾਰ। ਮੈਂ ਆਪਣੇ ਪੁੱਤ ਨੂੰ ਕਦੇ ਯਾਰ ਕਹਿ ਕੇ ਵੀ ਬੁਲਾ ਲੈਂਦਾ। ਉਹ ਤੇਰੇ ਬਿਨਾਂ ਅਸੀਂ ਕਿਵੇਂ ਦਿਨ ਕੱਟਾਂਗੇ, ਕਿਵੇਂ ਦਿਨ ਕੱਟਾਂਗੇ? ਆ ਜਾ ਮੇਰਾ ਪੁੱਤ, ਮੇਰਾ ਬੁਢਾਪਾ ਨਾ ਰੋਲ, ਆ ਜਾ। ਮੈਨੂੰ ਬੇਘਰਾ ਕਰਕੇ ਨਾ ਜਾ, ਆ ਜਾ ਯਾਰਾ, ਮੁੜਿਆ ਤੂੰ, ਮੁੜਿਆ ਯਾਰਾ। ਉੱਥੇ ਸਾਰਾ ਆਸ ਗੁਆਂਢ ਇਕੱਠਾ ਹੋ ਗਿਆ। ਮੈਂ ਬਥੇਰਾ ਕਿਹਾ ਛੱਡ ਦਿਓ ਯਾਰ, ਮੈਨੂੰ ਇਕੱਲੇ ਨੂੰ ਛੱਡ ਦਿਓ, ਮੇਰਾ ਪੁੱਤ ਗੁੱਸੇ ਹੋ ਗਿਆ ਮੇਰੇ ਨਾਲ, ਮਨਾ ਲੈਣ ਦਿਓ ਮੈਨੂੰ। ਮੇਰੀ ਆਵਾਜ਼ ਸੁਣ ਕੇ ਆ ਜਾਣਾ ਉਹਨੇ। ਮੇਰਾ ਰੋਣਾ ਸਹਾਰ ਨਹੀਂ ਸਕਦਾ, ਮੈਨੂੰ ਪਤਾ ਮੇਰੇ ਪੁੱਤ ਦਾ। ਉਹ ਜੇਰਾ ਕਰ ਭਲਾ, ਗਿਆਨ ਨੂੰ ਕੌਣ ਮੋੜ ਲਿਆਉਂਦਾ? ਇੰਨੀ ਠੰਡ 'ਚ ਕੋਠੇ ਤੇ ਚੜਿਆ ਫਿਰਦਾ, ਠੰਡ ਲਵਾ ਲੇਗਾ। ਮੈਨੂੰ ਨਾਲ ਹੀ ਕਿਸੇ ਨੇ ਵਿੱਚੋਂ ਆਵਾਜ਼ ਆਈ, ਜਿਗਰਾ ਵੱਡਿਆ ਕਰਨ ਵਾਲੀ ਗੱਲ ਬਣਨੀ ਹੈ। ਜੇ ਤੂੰ ਆਪ ਹੀ ਢੇਰੀ ਢਾ ਕੇ ਬਹਿ ਗਿਆ ਤਾਂ ਬੋਟੀ ਨੂੰ ਕੌਣ ਦਿਲਾਸਾ ਦਊ ਭਲਾ? ਪਿੱਛੋਂ ਕੋਈ ਇੱਕ ਹੋਰ ਆਵਾਜ਼ ਆਈ ਤੇ ਫਿਰ ਮੈਨੂੰ ਹੇਠਾਂ ਲੈ ਆਏ। ਮੈਂ ਫਿਰ ਕਿਹਾ, ਉਹ ਛੱਡੋ ਯਾਰ, ਮੈਨੂੰ ਛੱਡ ਦਿਓ, ਮੈਨੂੰ ਰੋ ਤਾਂ ਲੈਣ ਦਿਓ। ਉਹ ਅੱਜ ਮੈਂ ਯਾਰ ਸਾਰਾ ਰੋਣਾ ਕੱਢ ਦੇਣਾ, ਕੱਲ ਨੂੰ ਨਹੀਂ ਰੋਣਾ ਹੋਊਗਾ। ਵਿਆਹ ਤੇ ਰੋਂਦਾ ਚੰਗਾ ਲੱਗੂ ਭਲਾ? ਉਦਣ ਦੇ ਰੋਈ ਤਾਂ ਜਾਂਦੇ ਆ, ਉਹ ਰੋਇਆ ਤੋਂ ਕੋਈ ਮੁੜਦਾ ਭਲਾ? ਨਹੀਂ ਮੁੜਦਾ। ਲਾ ਡਾਕਟਰ ਨੂੰ ਕੋਈ ਟੀਕਾ ਟੂਕਾ, ਭਲਾ ਸੌਂ ਜਾਵੇ। ਮੇਰੇ ਭਰਾ ਨੇ ਡਾਕਟਰ ਨੂੰ ਹੌਂਕਾ ਜਿਹਾ ਭਰ ਕੇ ਕਿਹਾ ਕਿ ਇਹਦੇ ਟੀਕਾ ਟੂਕਾ ਲਾ ਦੇ, ਸ਼ਾਇਦ ਕੋਈ ਨੀਂਦ ਆ ਜਾਵੇ। ਟੀਕੇ ਨਾਲ ਮੇਰੀਆਂ ਅੱਖਾਂ ਮਿਚ ਗਈਆਂ। ਅਗਲੇ ਦਿਨ ਵਿਆਹ ਵਾਲੀ ਸਵੇਰ ਨੂੰ ਮੇਰੇ ਇੱਕ ਦੋਸਤ ਨੇ ਮੈਨੂੰ ਦਵਾਈ ਜੀ ਦੇਤੀ। ਉਹ ਡਾਕਟਰ ਸੀਗਾ ਹੋਮਿਓਪੈਥੀ ਦਾ। ਕਹਿੰਦਾ ਇਹਦੇ ਨਾਲ ਤੇਰਾ ਚਿੱਤ ਕਰੜਾ ਹੋ ਜਾਊ, ਰੋਣ ਨਹੀਂ ਆਊਗਾ। ਉਹ ਦਵਾਈ ਮੈਂ ਆਪਣੀ ਨੂੰਹ ਕਿਰਨ ਨੂੰ ਵੀ ਭਜਵਾਤੀ ਵੀ ਉਹਨੂੰ ਵੀ ਦੇ ਦਿਓ। ਉਹ ਆਪਣੀ ਭੈਣ ਆ ਜਿਹੜੀ, ਉਹਦੇ ਘਰੇ ਸੀਗੀ, ਜਿਹੜੀ ਕੁੜੀ ਦਾ ਵਿਆਹ ਸੀਗਾ। ਮੈਨੂੰ ਲੱਗਿਆ ਵੀ ਇਹ ਦਵਾਈ ਕੰਮ ਕਰ ਰਹੀ ਸੀ। ਮਨ ਰਾਤ ਵਾਂਗੂ ਉਛਲ ਨਹੀਂ ਸੀ ਕਰਦਾ, ਪਰ ਸਰਵਣ ਅੱਖਾਂ ਦੇ ਮੂਹਰੋਂ ਜਾਂਦਾ ਹੀ ਨਹੀਂ ਸੀਗਾ। ਮੈਂ ਸਿੱਧਾ ਪੈਲਸ 'ਚ ਹੀ ਪਹੁੰਚ ਗਿਆ ਜਿੱਥੇ ਵਿਆਹ ਸੀਗਾ। ਮੇਰਾ ਭਰਾ ਤੇ ਭਤੀਜਾ ਵੀ ਨਾਲ ਗਏ ਮੇਰੇ। ਮੇਰੀ ਸਾਲੀ ਸਾਡੂ ਨੇ ਕਿਹਾ ਵੀ ਕਿ ਉਹ ਜਾਂਦੇ ਹੋਏ ਬਰਾਤ 'ਚ ਮੈਨੂੰ ਨਾਲ ਹੀ ਲੈ ਜਾਣਗੇ, ਪਰ ਮੇਰਾ ਮਨ ਮੰਨਿਆ ਨਹੀਂ। ਮੈਂ ਆਖਤਾ ਕਿ ਮੈਂ ਆਪੇ ਸਿੱਧਾ ਹੀ ਪਹੁੰਚ ਜਾਊਂ ਉੱਥੇ। ਮੈਂ ਸੋਚਿਆ ਯਾਰ ਬਰਾਤਾਂ ਚੜ੍ਹਦਾ ਮੈਂ ਚੰਗਾ ਲੱਗੂ ਭਲਾ, ਪੁੱਤ ਮੇਰਾ ਹਜੇ ਹੁਣ ਗਿਆ। ਪੈਲਸ ਦੇ ਵਿੱਚ ਕਿਰਨ ਪਹਿਲਾਂ ਹੀ ਖੜੀ ਸੀਗੀ, ਨੂੰਹ ਮੇਰੀ। ਮੈਨੂੰ ਲੱਗਿਆ ਕਿ ਉਹਨੇ ਵੀ ਮਨ ਤੇ ਕਾਬੂ ਪਾਇਆ ਹੋਇਆ ਸੀ, ਦਵਾਈ ਲੈ ਲਈ ਹੋਣੀ ਆ ਉਹਨੇ ਵੀ। ਕਿਰਨ ਨੂੰ ਪਹਿਲੀ ਖੜੀ ਦੇਖ ਕੇ ਇੱਕ ਵਾਰ ਤਾਂ ਮੈਨੂੰ ਹੈਰਾਨੀ ਹੋਈ। ਇਹ ਤਾਂ ਕਿਸੇ ਵਿਆਹ ਜਾਂ ਪਾਰਟੀ ਤੇ ਜਾਣਾ ਹੋਵੇ, ਸ਼ੀਸ਼ੇ ਮੂਹਰੋਂ ਪਰਾਂ ਨਹੀਂ ਸੀ ਹੁੰਦੀ।
ਬਹੁਤ ਟਾਈਮ ਲਾਉਂਦੀ ਸੀ, ਲੇਟ ਕਰਾ ਦਿੰਦੀ ਸੀ। ਤਿਆਰ ਹੋ ਕੇ ਨਾ ਸਰਬਣ ਨਾਲ ਗੱਲਾਂ ਕਰਦੀ ਰਹਿੰਦੀ ਸੀ, ਤੇ ਸਰਬਣ ਵੀ ਜਦੋਂ ਤਿਆਰ ਹੋ ਕੇ ਆਉਂਦੀ ਸੀ ਉਹਨੂੰ ਛੇੜਦਾ ਰਹਿੰਦਾ, ਆਖਿਆ ਕਰੇ ਤੇਰੀ ਆਹ ਲਿਟ ਮੈਨੂੰ ਨਾ ਥੋੜੀ ਜ਼ਿਆਦਾ ਵੱਡੀ ਨਹੀਂ ਲੱਗਦੀ। ਇਹ ਫਿਰ ਸ਼ੀਸ਼ੇ ਮੂਹਰੇ ਖੜ ਜਾ ਕਰੇ, ਜਾ ਕੇ ਉੱਥੋਂ ਆਵਾਜ਼ ਦਿੰਦੀ, ਸੁਣਦੇ ਹੋ, ਆ ਕੇ ਠੀਕ ਕਰਾਇਓ ਭਲਾ। ਬਾਲੀ ਬਹਿਮਣਾ ਬਈ ਤੂੰ ਦਾ। ਉਹਦੇ ਮਗਰ ਮਗਰ ਉਹਦੇ ਕਮਰੇ 'ਚ ਚਲੇ ਜਾਇਆ ਕਰੇ। ਹੌਲੀ ਹੌਲੀ ਦੋਨੇ ਹੱਸਿਆ ਕਰਨ। ਮੇਰਾ ਕੰਨ ਇਹਨਾਂ ਦੇ ਵਿੱਚ ਹੁੰਦਾ। ਇਸ ਤਰ੍ਹਾਂ ਦੀਆਂ ਇਲਤਾਂ ਕਰਦੇ ਨਾ ਮੈਨੂੰ ਬੜੇ ਚੰਗੇ ਲੱਗਦੇ ਸੀਗੇ। ਭਾਵੇਂ ਕਈ ਵਾਰ ਕਿਸੇ ਦੇ ਫੰਕਸ਼ਨ 'ਤੇ ਲੇਟ ਪਹੁੰਚਣ ਕਰਕੇ ਮੈਨੂੰ ਨਾਮੋਸ਼ੀ ਵੀ ਹੁੰਦੀ, ਪਰ ਇਹਨਾਂ ਦੀ ਇਹ ਖੇਡ ਮੈਨੂੰ ਆਪਣੀ ਜਵਾਨੀ ਦੇ ਦਿਨ ਯਾਦ ਕਰਾ ਦਿੰਦੀ ਸੀਗੀ। ਮੈਂ ਤੇ ਜਿੰਦਰ ਵੀ ਇਦਾਂ ਪੰਗੇ ਲੈਂਦੇ ਹੁੰਦੇ ਸੀ, ਬਣ ਠਣ ਕੇ ਨਿਕਲਦੇ ਸੀ ਬਾਹਰ। ਸਾਡੇ ਸਾਰੇ ਅਧਿਆਪਕ ਮੇਰੇ ਨਾਲ ਦੇ ਜਿਹੜੇ ਸਾਥੀ ਸੀ ਉਹ ਬੜਾ ਕਿਹਾ ਕਰਨ ਵੀ ਇੱਕ ਦੂਜੇ ਤੋਂ ਮਿਰਚਾਂ ਬਾਰ ਕੇ ਨਿਕਲਿਆ ਕਰੋ, ਨਜ਼ਰ ਨੁਜ਼ਰ ਲੱਗ ਜੂ ਕਿਸੇ ਦੀ। ਕਦੇ ਉਹ ਆਖਦਾ, ਇੰਨਾ ਨਾ ਇੱਕ ਦੂਜੇ ਦਾ ਮੂੰਹ ਕਰਿਆ ਕਰੋ, ਔਖਾ ਹੋ ਜਾਂਦਾ ਵਿਛੜਨਾ। ਉਦੋਂ ਮੈਂ ਹਾਸੇ ਹਾਸੇ ਚ ਆਖਦਿਆ ਕਰਾਂ, ਉਹ ਮੱਚਿਆ ਨਾ ਕਰ ਸਾਨੂੰ ਦੇਖ ਕੇ, ਆਪਦੇ ਘਰ ਵਾਲੀ ਨਾਲ ਪਿਆਰ ਕਰਿਆ ਕਰ ਭਲਾ। ਹੁਣ ਲੱਗਦਾ ਕਿ ਉਹਦੀ ਗੱਲ ਠੀਕ ਸੀ। ਜੇ ਜਿੰਦਰ ਨਾਲ ਇੰਨਾ ਮੋਹ ਨਾ ਹੁੰਦਾ ਤਾਂ ਇੰਨਾ ਔਖਾ ਵੀ ਨਾ ਹੁੰਦਾ ਮੈਂ। 3 ਸਾਲ ਹੋ ਗਏ ਪੂਰੀ ਹੋਈ ਨੂੰ। ਜੇ ਇਸ ਸਰਬਣ ਤੇ ਕਿਰਨ ਨਾ ਹੁੰਦੇ ਨਾ ਮੇਰੇ ਪੁੱਤ ਤੇ ਨੂੰ, ਮੈਂ ਤਾਂ ਕਦੋਂ ਦਾ ਮਰ ਖਪ ਗਿਆ ਹੁੰਦਾ। ਦਿਨ ਤਾਂ ਇੱਧਰ ਉੱਧਰ ਤੁਰ ਫਿਰ ਕੇ ਲੰਘਾ ਲੈਂਦਾ ਸੀ, ਰਾਤਾਂ ਨੂੰ ਉਹਦੀ ਯਾਦ ਹਾਵੀ ਹੋ ਜਾ ਕਰੇ। ਕਦੇ ਕਦੇ ਮੇਰੀਆਂ ਭੁੱਬਾਂ ਨਿਕਲ ਜਾ ਕਰਨ ਸਰਬਣ ਤੇ ਕਰਨ, ਅੱਧੀ ਰਾਤ ਨੂੰ ਭਰ ਕੇ ਮੈਨੂੰ ਕਲਾਵੇ ਦੇ ਵਿੱਚ ਲਿਆ ਕਰਨ। 6 ਮਹੀਨੇ ਤੋਂ ਮਨ ਥੋੜਾ ਜਿਹਾ ਟਿਕਿਆ ਸੀਗਾ। ਮੈਂ ਫਿਰ ਤੋਂ ਦਾੜੀ ਨੂੰ ਫਿਕਸੋ ਜੀ ਲਾਉਣੀ ਲੱਗੀ, ਸ਼ੁਰੂ ਕੀਤੀ। ਬਾਹਰ ਜਾਣ ਲੱਗਿਆ ਟਾਈ ਬੰਨਣ ਲੱਗ ਪਿਆ। ਪਰ ਸਰਬਣ ਦਾ ਤਾਂ ਯਾਦ ਚਿੱਤ ਵੀ ਨਹੀਂ ਸੀ ਵੀ ਸਰਬਣ ਨਾਲ ਵੀ ਆ ਭਾਣਾ ਵਰਤ ਜੂ। ਕਿਰਨ ਜਿਹੜੀ ਮੈਨੂੰ ਦਿਲਾਸੇ ਦਿੰਦੀ ਸੀ, ਆਪ ਭਲਾ ਕਿਵੇਂ ਕੱਟੂਗੀ ਦਿਨ। ਭਵਨ 'ਚ ਪਹੁੰਚਦੇ ਹੀ ਉਹ ਭੱਜ ਕੇ ਮੇਰੇ ਵੱਲ ਆਈ, ਪੈਲਸ ਦੇ ਵਿੱਚ, ਪੁੱਛਣ ਲੱਗੀ, ਡੈਡੀ ਠੀਕ ਹੋ ਤੁਸੀਂ? ਰਾਤ ਅੱਖ ਲੱਗ ਗਈ ਸੀ ਤੁਹਾਡੀ? ਹਾਂ ਰਾਣੇ। ਹਾਂ ਕਹਿਣ ਨੂੰ ਨਾ ਮੈਨੂੰ ਥੋੜਾ ਜਿਹਾ ਹੌਕਾ ਭਰਨਾ ਪਿਆ। ਹਾਂ ਰਾਣੇ ਠੀਕ ਆ। ਤੁਸੀਂ ਠੀਕ ਹੋ ਪੁੱਤ? ਦਵਾਈ ਲੈ ਲਈ ਸੀ? ਬੱਚਿਆਂ ਨੂੰ ਦੇਤੀ ਸੀ ਦਵਾਈ? ਹਾਂ ਡੈਡੀ ਅਸੀਂ ਠੀਕ ਆ, ਤੁਸੀਂ ਆਪਣਾ ਖਿਆਲ ਰੱਖਿਆ ਕਰੋ। ਮੈਂ ਚਾਹ ਲਿਆ ਕੇ ਦੇਵਾਂ ਤੁਹਾਨੂੰ? ਪਰ ਮੈਂ ਉਹਨੂੰ ਰੋਕਦਾ ਮੈਂ ਉਦੋਂ ਵੀ ਰਿਹਾ ਸੀ ਜਦੋਂ ਇਹ ਇੱਧਰ ਆਉਣ ਨੂੰ ਕਹਿ ਰਹੇ ਸੀਗੇ। ਇੱਧਰ ਆਉਣ ਤੋਂ ਪਹਿਲਾਂ ਨਾ ਸਾਡੇ ਲਈ ਖਾਣਾ ਬਣਾ ਕੇ ਰੱਖ ਰਹੀ ਸੀਗੀ। ਉਦੋਂ ਇੰਡੀਆ ਆਉਣਾ ਸੀ ਇਹਨਾਂ ਨੇ। ਬਟਰ ਚਿਕਨ, ਬੱਕਰੇ ਦਾ ਮੀਟ ਤੇ ਸੁੱਕਾ ਚਿਕਨ ਬਣਾ ਕੇ ਫ੍ਰੀਜ਼ਰ ਭਰੀ ਜਾਵੇ। ਸਟੋਰ 'ਚੋਂ ਨਾਨ ਲਿਆ ਕੇ ਰੱਖਤੇ। ਸਰਬਣ ਨੇ 6 ਵੱਡੀਆਂ ਬੋਤਲਾਂ ਸ਼ਰਾਬ ਦੀਆਂ ਲਿਆ ਕੇ ਰੱਖਤੀਆਂ। ਮੈਂ ਬਥੇਰਾ ਟੋਕਿਆ, ਓਏ 20 ਦਿਨ ਤਾਂ ਤੁਸੀਂ ਯਾਰ ਇੰਨੀ, ਮੈਂ ਸ਼ਰਾਬ 20 ਦਿਨਾਂ 'ਚ ਪੀ ਲੂੰ ਭਲਾ, ਤੇ ਨਾਲੇ ਇੰਨਾ ਕੋਈ ਖਾ ਕਿੱਥੋਂ ਹੁੰਦਾ। ਅੱਗੋਂ ਕਹਿੰਦਾ, ਉਹ ਮੈਂ ਯਾਰ ਪੁੱਤ ਮੈਂ ਇਕੱਲਾ ਇੱਥੋਂ, ਮੈਂ ਮਾਂ ਤੁਹਾਡੀ ਹੋ ਗਏ ਹੈ ਨਹੀਂ ਖਾਧਾ ਜਾਣਾ ਇੰਨਾ ਕੁਛ। ਜਦੋਂ ਜੀ ਨਾ ਲੱਗੇ, ਡੈਡੀ ਕਿਸੇ ਯਾਰ ਦੋਸਤ ਨੂੰ ਬੁਲਾ ਲਿਆ ਕਰੋ। ਪੀਣ ਦੇ ਮਾਰੇ ਕਈ ਆ ਜਾਂਦੇ ਹੁੰਦੇ ਆ। ਜੇ ਫ੍ਰੀਜ਼ਰ 'ਚੋਂ ਖਾਣਾ ਕੱਢ ਕੇ ਤੱਤਾ ਕਰਨ ਨੂੰ ਜੀ ਨਾ ਕਰੇ ਨਾ, ਪੀਜ਼ਾ ਮੰਗਵਾ ਲਿਓ। ਬੱਸ ਬੁੱਸ 'ਚ ਨਾ ਜਾਇਆ ਕਰੋ, ਨਾਲੇ ਕਿਤੇ ਟੈਕਸੀ ਮੰਗਵਾ ਲਿਓ ਜੇ ਕਿਤੇ ਜਾਣਾ ਵੀ ਹੋਇਆ। ਫਿਰ ਜਵਾਕਾਂ ਨੂੰ ਕਹਿਣ ਲੱਗਿਆ, ਉਹ ਡੈਡੀ ਨੂੰ ਤੰਗ ਨਾ ਕਰਿਓ ਫਿਰ ਤੁਸੀਂ। ਫਿਰ ਕਿਰਨ ਵੱਲ ਮੂੰਹ ਕਰਕੇ ਕਹਿਣ ਲੱਗਿਆ, ਆਪਾਂ ਜਵਾਕਾਂ ਨੂੰ ਨਾਲ ਹੀ ਨਾ ਲੈ ਚੱਲੀਏ, 3 ਵੀਕਾਂ ਦੀ ਤਾਂ ਗੱਲ ਆ, ਸਕੂਲੋਂ ਛੁੱਟੀਆਂ ਕਰਾ ਲੈਂਦੇ ਆ। ਨਹੀਂ ਜਵਾਕਾਂ ਦੀ ਪੜ੍ਹਾਈ ਨਹੀਂ ਖਰਾਬ ਕਰਨੀ, ਮੈਂ ਆਪ ਹੀ ਰੋਕਤਾ ਉਹਨਾਂ ਨੂੰ। ਮੈਂ ਹੈਗਾ ਨਾ ਇੱਥੇ, ਕਾਹਨੂੰ ਜਵਾਕਾਂ ਦੀ ਪੜ੍ਹਾਈ ਖਰਾਬ ਕਰਨੀ। ਤੁਸੀਂ ਫਿਕਰ ਨਾ ਕਰੋ, ਸਾਡਾ ਫਿਕਰ ਤਾਂ ਡੈਡੀ ਰਹੂਗਾ, ਫਿਕਰ ਕਿ ਮੇਰਾ ਕਰੀਏ ਤੁਹਾਡਾ ਹੈ। ਮੇਰਾ ਤਾਂ ਜਮਾਂ ਜੀ ਨਹੀਂ ਕਰਦਾ ਤੁਹਾਡੇ ਤੋਂ ਬਿਨਾਂ ਜਾਣ ਨੂੰ। ਧਿਆਨ ਤਾਂ ਮੇਰਾ ਇੱਥੇ ਹੀ ਰਹਿਣਾ। ਕਿਰਨ ਮੈਨੂੰ ਧੀਆਂ ਵਾਂਗੂ ਲੱਗਦੀ ਸੀ। ਕੀ ਪਤਾ ਸੀ ਸੌਰੀ ਦਾ, ਤਾਂ ਹੀ ਨਹੀਂ ਸੀ ਜੀ ਜਾਣ ਨੂੰ ਕਰਦਾ। ਕੁਦਰਤ ਵੱਲੋਂ ਜਿਵੇਂ ਨਾ ਪਤਾ ਹੋਵੇ ਬਈ ਗਈ ਦਾ ਸਾਰਾ ਕੁਝ ਉੱਥੇ ਖਿੰਡ ਪੁੰਡ ਜਾਣਾ, ਮੇਰੇ ਚਿੱਤ 'ਚ ਨਾ ਆਏ। ਮੇਰੀ ਨਿਗਾਹ ਕਿਰਨ ਵੱਲ ਸੀ। ਪੁਰਾਣਾ ਜਿਹਾ ਸੂਟ ਪਾਇਆ ਹੋਇਆ ਉਹਦੇ, ਮੇਰੇ ਅੰਦਰ ਜਾਣੀ ਵਾਢ ਪੈ ਗਈ। ਹੁਣ ਤਾਂ ਇਹਨੇ ਉਹ ਸੂਟ ਪਾਉਣੇ ਸੀ ਜਿਹੜੇ ਸਰਬਣ ਪਟਿਆਲੇ ਤੋਂ ਲੈ ਕੇ ਆਇਆ ਸੀ ਆਪਣੀ ਪਸੰਦ ਦੇ ਸਪੈਸ਼ਲੀ। ਫਿਰ ਸਿਉਣੇ ਵੀ ਦੇਤੇ। ਕਿਰਨ ਨੂੰ ਨਹੀਂ ਸੀ ਉਹਨੇ ਦੱਸਿਆ, ਕਹਿੰਦਾ ਸਰਪ੍ਰਾਈਜ਼ ਦੇਣਾ। ਯਾਰ ਕਿਹੜਾ ਸਰਪ੍ਰਾਈਜ਼ ਦੇ ਗਿਆ ਸਰਬਣਾ ਤੂੰ ਸਾਨੂੰ। ਮੈਨੂੰ ਫੋਨ ਤੇ ਸਾਰੀ ਗੱਲ ਦੱਸ ਦਿੰਦਾ ਸੀ। ਦਰਜੀ ਦਾ ਨਾਮ ਵੀ ਦੱਸਤਾ ਜਿਹਨੂੰ ਸੂਟ ਸਿਉਣੇ ਦਿੱਤੇ ਸੀਗੇ। ਕਹਿੰਦਾ ਡੈਡੀ ਉਹਦੇ ਕੋਲ ਨਾਪ ਹੈਗਾ ਇਹਦਾ, ਤੁਸੀਂ ਕਿਰਨ ਨੂੰ ਨਾ ਦੱਸਿਓ। ਉਹੀ ਇਹਦੇ ਸਾਰੇ ਸੂਟ ਸਿਉਂਦਾ, ਇਹਨੂੰ ਮੈਂ ਸਰਪ੍ਰਾਈਜ਼ ਦੇਣਾ। ਸੂਟ ਸਿਉਂ ਕੇ ਖੌਰੇ ਦੇ ਗਿਆ ਕਿ ਨਹੀਂ, ਕੰਜਰ ਦਾ ਦੱਬ ਹੀ ਨਾ ਜਾਵੇ। ਹੁਣ ਤਾਂ ਚੁਕੰਨੇ ਹੋ ਕੇ ਰਹਿਣਾ ਪੈਣਾ, ਕਿਰਸ ਨਾਲ ਕੰਮ ਕਰਨਾ ਪੈਣਾ। ਮੈਨੂੰ ਕਿਹੜਾ ਹਾਲੇ ਪੈਨਸ਼ਨ ਆਉਂਦੀ ਹੈ, 3 ਸਾਲ ਪਏ ਆ ਪੈਨਸ਼ਨ ਲੱਗਣ 'ਚ। ਇਕੱਲੀ ਕਿਰਨ ਦੀ ਕਮਾਈ ਨਾਲ ਗੱਡੀ ਤੁਰੂ ਕਿਵੇਂ, ਮੇਰੇ ਚਿੱਤ 'ਚ ਬਾਰ-ਬਾਰ ਇਹੀ ਖਿਆਲ ਆਈ ਜਾਣ। ਸਰਬਣ ਦਾ ਸਾਢੂ ਮੈਨੂੰ ਫੁੱਲ ਫੜਾ ਕੇ ਆ ਕੋਟ ਤੇ ਲਾਉਣ ਨੂੰ। ਆਹ ਲਓ ਮਾਸੜ ਜੀ। ਸਰਬਣ ਬਾਹਰੋਂ ਹੀ ਲੈ ਕੇ ਆਇਆ ਸੀ, ਉੱਧਰੋਂ ਹੀ। ਮੈਂ ਫੁੱਲ ਫੜ ਕੇ ਜੇਬ 'ਚ ਪਾਉਣ ਲੱਗਿਆ ਤਾਂ ਕਹਿੰਦਾ,
ਇਹਨਾਂ ਨੂੰ ਕੋਟ ਤੇ ਟੰਗ ਲਓ। ਸਰਵਣ ਚਾਹੁੰਦਾ ਸੀ ਕਿ ਸਾਰੇ ਬਰਾਤੀਆਂ ਦੇ ਇੱਕੋ ਜਿਹੇ ਫੁੱਲ ਲੱਗੇ ਹੋਣ। ਕਾਹਦੀਆਂ ਸ਼ਾਮਾਂ ਯਾਰ ਮੇਰੇ ਚਿੱਤ 'ਚ ਆਇਆ, ਬਸਕੂਏ ਨਾਲ ਫੁੱਲ ਜਾਂ ਮੇਰੇ ਕੋਟ ਦੇ ਨਾਲ ਲਾ ਗਿਆ। ਮੈਂ ਫੁੱਲ ਨੂੰ ਸਰਵਣ ਦੀ ਨਿਸ਼ਾਨੀ ਸਮਝ ਕੇ ਪਲੋਸਣ ਲੱਗ ਗਿਆ। ਇਹ ਫੁੱਲ ਸਰਵਣ ਤੇ ਕਿਰਨ ਦੀ ਕਿਸੇ ਸਹੇਲੀ ਤੋਂ ਬਣਵਾਏ ਸੀ। ਪਹਿਲਾਂ ਸਰਵਣ ਨੇ ਕਈ ਦੁਕਾਨਾਂ ਤੇ ਗਿਆ ਖਰੀਦਣ, ਪਰ ਕਿਤੋਂ ਪਸੰਦ ਨਾ ਆਏ। ਫਿਰ ਸਿਲਕ ਦਾ ਕੱਪੜਾ ਲੈ ਕੇ ਸਪੈਸ਼ਲੀ ਤੌਰ ਤੇ ਇਹ ਫੁੱਲ ਬਣਾਏ ਸੀ। ਮੇਰੇ ਦੋਹਾਂ ਪੋਤਰਿਆਂ ਦੇ ਵੀ ਜਾਮਨੀ ਰੰਗ ਦੇ ਫੁੱਲ ਲਾਤੇ। ਉਹ ਦੋਹੇ ਮੇਰੇ ਕੋਲ ਆ ਕੇ ਖੜ ਗਏ। ਛੋਟੇ ਦਾ ਚੁੱਪ-ਚਾਪ ਖੜਨਾ ਮੈਨੂੰ ਉਪਰਾ ਜਿਹਾ ਲੱਗਿਆ। ਉਹ ਤਾਂ ਇੱਕ ਮਿੰਟ ਵੀ ਨਹੀਂ ਸੀ ਬਹਿੰਦਾ ਟਿਕ ਕੇ। ਵਿਆਹ ਸ਼ਾਦੀ ਦੇ ਮੌਕੇ ਤਾਂ ਜਮਾ ਹੀ ਉਹ ਚਾਂਬਲ ਜਾਂਦਾ ਸੀਗਾ, ਕੁੜੀਆਂ ਦੀਆਂ ਚੁੰਨੀਆਂ ਪਿੱਛੋਂ ਇੱਕ ਦੂਜੇ ਨੂੰ ਬੰਨ੍ਹ ਦਿੰਦਾ ਸੀਗਾ। ਸਰਵਣ ਦੇ ਨਾ ਜਦੋਂ ਸੰਸਕਾਰ ਕਰਨਾ ਸੀਗਾ, ਉਸ ਦਿਨ ਬਹੁਤ ਹੀ ਡਰਿਆ ਹੋਇਆ ਸੀ। ਵਿਹੜੇ 'ਚ ਪਈ ਉਹਦੀ ਲਾਸ਼ ਨੂੰ ਪਲੋਸ ਦੇਖੇ, ਕਦੇ ਉਹਦੇ ਮੱਥੇ ਤੇ ਹੱਥ ਫੇਰੇ, ਕਦੇ ਗੱਲਾਂ ਤੇ ਹੱਥ ਫੇਰੇ, ਕਦੇ ਉਹਦੇ ਚਿਹਰੇ ਨੂੰ ਦੋਹਾਂ ਹੱਥਾਂ 'ਚ ਲੈ ਲਿਆ ਕਰੇ। ਫਿਰ ਉੱਠ ਕੇ ਪੈਰਾਂ ਵਾਲੇ ਪਾਸੇ ਚਲੇ ਗਿਆ, ਦੋਹਾਂ ਪੈਰਾਂ ਨੂੰ ਆਪਣੇ ਹੱਥਾਂ 'ਚ ਫੜ ਕੇ ਕਦੇ ਆਪਣਾ ਸਿਰ ਉਹਨਾਂ ਦੇ ਨਾਲ ਲਾ ਲਿਆ ਕਰੇ, ਕਦੇ ਬਿਟਰ ਉਹਦੇ ਮੂੰਹ ਵੱਲ ਦੇਖੀ ਜਾਵੇ। ਇਸ ਨੂੰ ਇਸ ਤਰ੍ਹਾਂ ਕਰਦਾ ਦੇਖ ਕੇ ਮੇਰੇ ਮਨ ਨੂੰ ਹੋਰ ਡੋਬੂ ਪਈ ਜਾਵੇ। ਫਿਰ ਸ਼ਮਸ਼ਾਨ ਘਾਟ ਜਾ ਕੇ ਪਹਿਲਾਂ ਤਾਂ ਦੇਖੀ ਗਿਆ, ਸਰਵਣ ਦੀ ਦੇਹ ਤੇ ਲੱਕੜਾਂ ਚਿਣਦਾ ਰਿਹਾ ਲੋਕਾਂ ਦੇ ਨਾਲ ਲੱਗ ਕੇ। ਪਤਾ ਨਹੀਂ ਸੀ ਨਾ, ਜਦੋਂ ਲਾਂਬੂ ਲਾਇਆ ਤਾਂ ਡਰ ਕੇ ਮੇਰੇ ਨਾਲ ਚੁੰਬੜ ਗਿਆ। ਮੈਨੂੰ ਤਾਂ ਆਪਣੇ ਆਪ ਦੀ ਸੁਰਤ ਨਹੀਂ ਸੀ, ਜੀ ਕਰਦਾ ਸੀ ਕਿ ਸਰਵਣ ਦੇ ਨਾਲ ਹੀ ਲਟ ਜਾਵਾਂ। ਜਦੋਂ ਇਹ ਛੋਟਾ ਮੇਰੇ ਨਾਲ ਚੰਬੜਿਆ, ਮੈਂ ਲੇਰਾ ਮਾਰੀ ਜਾਵਾਂ, ਨਾਲੇ ਇਹਨੂੰ ਆਪਣੇ ਨਾਲ ਘੁੱਟ ਲਿਆ। ਦਿਲ ਕਰੜਾ ਕਰ ਮਾਸਟਰ, ਦਿਲ ਕਰੜਾ ਕਰ, ਮੁੰਡਿਆਂ ਦਾ ਖਿਆਲ ਕਰ ਭਲਾ, ਇਹਨਾਂ ਨੂੰ ਹੌਸਲਾ ਦੇ ਯਾਰ। ਮੇਰਾ ਮੋਢਾ ਕਿਸ ਨੇ ਫੜ ਕੇ ਝੰਜੋੜਿਆ। ਇਹਨਾਂ ਬੋਲਣ ਨਾਲ ਮੇਰੇ ਵਿੱਚ ਪਤਾ ਨਹੀਂ ਕਿੱਥੋਂ ਹਿੰਮਤ ਆ ਗਈ। ਮੇਰੀਆਂ ਚੰਗਿਆੜਾਂ ਰੁਕ ਗਈਆਂ। ਮੈਨੂੰ ਵੱਡੇ ਦਾ ਖਿਆਲ ਆਇਆ, ਉਹ ਵੀ ਮੇਰੇ ਮੋਢੇ ਨਾਲ ਆ ਕੇ ਚੁੰਬੜ ਗਿਆ। ਮੈਂ ਦੋਹਾਂ ਨੂੰ ਕਲਾ ਵਿੱਚ ਲੈ ਕੇ ਬਰਾਉਣ ਲੱਗਿਆ। ਫਿਰ ਰਾਤ ਨੂੰ ਜਦੋਂ ਆਪਣੇ ਨਾਨਕਿਆਂ ਦੇ ਘਰੇ ਚਲੇ ਗਏ, ਮੈਂ ਸਰਵਣ ਦੇ ਸਿਵੇ ਕੋਲ ਚਲੇ ਗਿਆ। ਮੈਨੂੰ ਲੱਗਿਆ ਉਹ ਚਾਦਰ ਤਾਣੀ ਪਿਆ। ਰੋਂਦਾ ਕਰਲਾਉਂਦਾ ਮੈਂ ਸਰਵਣ ਨੂੰ ਆਵਾਜ਼ਾਂ ਮਾਰਨ ਲੱਗਿਆ, ਸਿਰ ਵਾਲ ਪਾਸਿਓਂ ਸੁਆਹ ਹਟਾਉਣ ਲੱਗਿਆ। ਮੇਰੇ ਭਰਾ ਨੇ ਮੋਢੇ ਤੋਂ ਆ ਕੇ ਹਟਾਇਆ। ਕਿਉਂ ਮਾਸਟਰਾ, ਕਿਉਂ ਯਾਰ? ਹੱਥ 'ਚ ਰਾਖ ਸਾੜਦਾ, ਰਾਖ 'ਚ ਹਲੇ ਤੱਤੀ ਆ ਰਾਖ। ਪਰ ਰਾਖ 'ਚ ਇੰਨਾ ਸੇਕ ਕਿੱਥੇ ਸੀ? ਜੇ ਹੁੰਦਾ ਤਾਂ ਮੇਰੇ ਹੱਥ ਨਾ ਸੜ ਜਾਂਦੇ, ਮੈਨੂੰ ਭਸਮ ਨਾ ਕਰ ਦਿੰਦੀ। ਮੇਰਾ ਜੀ ਕਰਦਾ ਸੀ ਕਿ ਸਵਾਹ ਦੀ ਢੇਰੀ 'ਚੋਂ ਬਾਹਰ ਨਿਕਲਿਆ ਵੇ ਪੁੱਤ ਮੇਰਾ। ਮੈਂ ਰੋਂਦਾ ਕਰਲਾਉਂਦਾ ਖਾਲੀ ਹੱਥ ਵਾਪਸ ਘਰੇ ਆ ਗਿਆ। ਨਾ ਉਹ ਉਦੋਂ ਆਇਆ ਤੇ ਨਾ ਹੁਣ ਬਰਾਤ ਨਾਲ ਆਇਆ। ਉਹਨੇ ਆਉਣਾ ਵੀ ਕਿੱਥੋਂ ਸੀ? ਇਹ ਤਾਂ ਮੇਰਾ ਇੱਕ ਭਰਮ ਸੀ। ਕਾਸ਼ ਉਹ ਵੀ ਬਰਾਤੀਆਂ 'ਚੋਂ ਕਿਤੋਂ ਤਾਂ ਸਿਰ ਕੱਢ ਲਵੇ ਯਾਰ। ਮੈਂ ਬਿਟ ਉੱਧਰ ਝਾਕਦਾ ਰਿਹਾ। ਜਿੱਧਰੋਂ ਬਰਾਤ ਆਉਂਦੀ 20-25 ਜਾਣੇ ਸੀ। ਫਿਰ ਕਿਸੇ ਨਾਲ ਫੋਨ ਤੇ ਗੱਲਾਂ ਕਰਦਾ ਮੇਰਾ ਭਰਾ ਮੇਰੇ ਕੋਲ ਆ ਗਿਆ। ਮੈਨੂੰ ਫੋਨ ਫੜਾਉਣ ਲੱਗਿਆ। ਮੈਂ ਕਿਹਾ ਨਾ ਯਾਰ, ਮੈਨੂੰ ਨਾ ਫੜਾ, ਮੇਰੇ ਤੋਂ ਗੱਲ ਨਹੀਂ ਹੋਣੀ। ਮੈਨੂੰ ਕਹਿੰਦਾ ਕਰ ਲਾ, ਬਹੁਤਾ ਹੀ ਖੜੇ ਪਿਆ ਹੋਇਆ। ਮੈਂ ਬੇਮਨੇ ਜੇ ਨਾਲ ਫੋਨ ਫੜਿਆ। ਉਹ ਡੁਸਕਦਾ ਹੋਇਆ ਆਖ ਰਿਹਾ ਸੀ, ਸਾਡੀਆਂ ਮਹਿਫਲਾਂ ਦੀ ਸ਼ਾਨ, ਸਾਡੇ ਜ਼ਿੰਦਾ ਦਿਲ ਯਾਰ ਤੋਂ ਰੱਬ ਨੇ ਕਿਹੜੇ ਜਨਮ ਦਾ ਬਦਲਾ ਲਿਆ। ਇਹ ਮੇਰਾ ਇੱਕ ਪੁਰਾਣਾ ਅਧਿਆਪਕ ਸਾਥੀ ਸੀ। ਮੈਂ ਉਹਨੂੰ ਦਿਲਾਸਾ ਦੇਣ ਲੱਗਿਆ, ਪਰ ਉਹ ਚੁੱਪ ਕਰਨ 'ਚ ਨਾ ਆਵੇ। ਮੇਰਾ ਆਪ ਰੋਣ ਨਿਕਲ ਗਿਆ। ਮੈਂ ਆਪਣੇ ਭਰਾ ਨੂੰ ਫੋਨ ਫੜਾ ਕੇ ਆਪਣੀਆਂ ਅੱਖਾਂ ਰੁਮਾਲ ਨਾਲ ਪੂੰਝੀਆਂ ਤੇ ਫਿਰ ਇੱਕ ਬੰਦਾ ਆ ਕੇ ਖੜ ਗਿਆ, ਕੋਈ ਦੂਰ ਦਾ ਰਿਸ਼ਤੇਦਾਰ। ਹੱਥ ਮਿਲਾ ਕੇ ਕਹਿੰਦਾ, ਆਹ ਤਾਂ ਜੀ ਰੱਬ ਨੇ ਬਹੁਤਾ ਹੀ ਧੱਕਾ ਕੀਤਾ ਤੁਹਾਡੇ ਨਾਲ। ਉਹਦੀ ਮਰਜ਼ੀ ਆ। ਮੈਂ ਸਾਰਿਆਂ ਨੂੰ ਇਹੀ ਕਹਿੰਦਾ ਕਿ ਉਹਦੀ ਮਰਜ਼ੀ ਆ। ਬਾਰ-ਬਾਰ ਕਿਹਾ, ਇਹੀ ਮੂੰਹੋਂ ਨਿਕਲ ਜਾ ਕਰੇ। ਸੰਸਕਾਰ ਤੋਂ ਸਾਤੋਂ ਪਹੁੰਚਿਆ ਨਹੀਂ ਗਿਆ। ਉਹ ਭਾਣਾ ਕੀ ਵਾਪਰਿਆ? ਜਦੋਂ ਕੋਈ ਐਂ ਪੁੱਛ ਲਿਆ ਕਰੇ, ਮੇਰੀ ਭੁੱਬ ਨਿਕਲ ਜਾ ਕਰੇ। ਐਕਸੀਡੈਂਟ ਵਾਲੀ ਗੱਲ ਤਾਂ ਮੇਰੇ ਮੂੰਹੋਂ ਵੀ ਨਿਕਲ ਜਾਂਦੀ, ਪਰ ਮੈਨੂੰ ਉਹ ਸਾਰਾ ਕੁਝ ਅੱਖਾਂ ਦੇ ਸਾਹਮਣੇ ਆ ਗਿਆ ਲੱਗਦਾ। ਬਹੁਤ ਮਾੜੀ ਹੋਈ ਜੀ। ਚਲੋ ਆ ਖੜੇ ਆ ਬੱਚੇ, ਉਹਦੇ 2 ਸਾਲ ਨੂੰ ਹੋਰ ਅਡਾਰ ਹੋ ਜਾਣੇ ਆ। ਆ ਵਿਆਹ ਵਾਲਾ ਕੰਮ ਵੀ ਤੁਸੀਂ ਚੰਗਾ ਕੀਤਾ। ਇਸੇ ਕੰਮ ਖਾਤਰ ਆਇਆ ਸੀ ਉਹ। ਉਹਦੀ ਇੱਛਾ ਪੂਰੀ ਹੋ ਗਈ। ਆ ਕੇ ਉਹ ਪੈਰ 'ਚ ਮਲ ਕੇ ਚਲੇ ਗਿਆ। ਫਿਰ ਮੇਰਾ ਸਾਡੂ ਤੇ ਸਾਲੀ ਮੇਰੇ ਕੋਲ ਆ ਗਏ। ਨਾਭੀ ਫੁੱਲ ਮੈਨੂੰ ਫੜਾ ਗਏ। ਮੇਰੇ ਪੋਤਰਿਆਂ ਨੂੰ ਵੀ ਫੜਾਤੇ। ਵੱਡੇ ਪੋਤੇ ਨੇ ਮੇਰੇ ਕੋਟ ਦੇ ਦੂਜੇ ਫੁੱਲ ਦੇ ਨਾਲ ਹੀ ਇਹ ਵੀ ਫੁੱਲ ਟੰਗਤਾ। ਦੋਨੇ ਫੁੱਲ ਹੁਣ ਮੇਰੇ ਕੋਟ ਤੇ ਟੰਗੇ ਗਏ। ਫਿਰ ਉਹਨੇ ਆਪਣੇ ਵੀ ਲਾ ਲਿਆ। ਛੋਟੇ ਦਾ ਵੀ ਇੱਕ ਠੀਕ ਕਰਕੇ ਲਾਤਾ। ਸਾਡੇ 2-2 ਫੁੱਲ ਲੱਗ ਗਏ। ਇਹੀ ਮੈਂ ਕਿਹਾ ਸੀ, ਉਹ ਤੁਸੀਂ ਝਗੜਦੇ ਕਿਉਂ ਆਓ? ਦੋਨੇ ਲਾ ਲਿਓ, ਨਾਲੇ ਪਤਾ ਲੱਗੂ ਵੀ ਵਿਚੋਲੇ ਆ। ਵਿਚੋਲਾ ਸੀਗਾ ਸਰਵਣ ਇਸ ਵਿਆਹ ਦਾ। ਝਗੜਦੇ ਕਦੋਂ ਆ? ਅਸੀਂ ਤਾਂ ਫੰਕਸ਼ਨ ਕਰਦੇ ਹਾਂ ਡੈਡੀ, ਫੁੱਲ ਦੋਹੇ ਹੀ ਲਾਵਾਂਗੇ। ਆਖ ਕੇ ਸਰਵਣ ਫਿਰ ਤਾੜੀ ਮਾਰ ਕੇ ਹੱਸ ਪਿਆ ਸੀ ਉੱਥੇ। ਪਹਿਲਾਂ ਉਹ ਕਿਰਨ ਨੂੰ ਆਖਦਾ ਸੀ ਕਿ ਵਿਆਹ ਵਾਲੇ ਦਿਨ ਨਾ ਮੁੰਡੇ ਵਾਲਿਆਂ ਵਾਲਾ ਫੁੱਲ ਲਾਓ। ਅੱਗੋਂ ਕਿਰਨ ਕਹਿੰਦੀ, ਸਗੋਂ ਤੁਸੀਂ ਲਾਇਓ ਕੁੜੀ ਵਾਲਿਆਂ ਦਾ ਫੁੱਲ। ਅਸੀਂ ਤੁਹਾਡਾ ਮੁੰਡਾ ਨਹੀਂ ਸੱਦਣਾ ਕੈਨੇਡਾ ਦੇ ਵਿੱਚ।
ਵੱਡੀ ਆ ਗਈ ਕੁੜੀ ਵਾਲੀ, ਸਾਰਾ ਦਿਨ ਤਾਂ ਕੁੜੀ ਨੂੰ ਮੈਂ ਰਾਈਡਾਂ ਦੇਣਾ ਥੱਕ ਜਾਣਾ ਇੱਥੇ। ਨਾਲੇ ਮੈਡਮ ਜੀ ਤੁਹਾਡੀ ਇਸ ਕੁੜੀ ਨੂੰ ਪਤਾ ਵੀ ਹੈ ਇਹਨੂੰ ਸੱਦਿਆ ਕਿਹਨੇ ਆ? ਤਾਂ ਹੀ ਤਾਂ ਕਹਿਣੀ ਹੈ ਕਿ ਤੁਸੀਂ ਕੁੜੀ ਵਾਲਿਆਂ ਵੱਲ ਫੁੱਲ ਲਾਇਓ। ਇਹ ਸੁਣ ਕੇ ਸਰਵਣ ਫਿਰ ਤਾਰੀ ਮਾਰ ਕੇ ਹੱਸ ਪਿਆ ਸੀ। ਮੈਨੂੰ ਸਰਵਣ ਦੀਆਂ ਗੱਲਾਂ 'ਚ ਪਿੱਠ ਲੱਗਣੀ ਚੰਗੀ ਨਹੀਂ ਸੀ ਲੱਗੀ ਤੇ ਮੈਂ ਨਾਲ ਹੀ ਕਹਤਾ ਸੀ, ਉਹ ਮੈਂ ਕਿਹਾ ਤੁਸੀਂ ਨਾ ਦੋਨੇ ਫੁੱਲ ਲਾ ਲਿਓ। ਤੇ ਫਿਰ ਸਰਵਣ ਕਹਿਣ ਲੱਗਿਆ, ਸ਼੍ਰੀਮਤੀ ਜੀ ਰੀਵਨ ਕੱਟਣ ਵੇਲੇ ਮੈਂ ਤਾਂ ਵਿਆਹ ਵਾਲੇ ਮੁੰਡੇ ਦੇ ਨਾਲ ਆਉਂ ਟੋਕ ਕੇ, ਮੇਰਾ ਤਾਂ ਭਰਾ ਉਹ, ਤੁਸੀਂ ਕਿੱਥੇ ਖੜੋਗੇ? ਮੈਂ ਰੀਵਨ ਦੇ ਦੂਜੇ ਪਾਸੇ ਕੁੜੀਆਂ ਨਾਲ ਖੜੂੰ ਨਾਕਾ ਲਾ ਕੇ, ਹੋਰ ਕਿੱਥੇ? ਉੱਥੇ ਕਿਵੇਂ ਖੜ ਜਾਏਗੀ ਤੂੰ? ਉੱਥੇ ਤਾਂ ਮੁੰਡੇ ਦੀਆਂ ਸਾਲੀਆਂ ਖੜਦੀਆਂ ਹੁੰਦੀਆਂ ਨੇ ਤੇ ਤੁਸੀਂ ਕੁੜੀ ਦੇ ਮਾਸੀ ਜੀ ਹੋ। ਸਰਵਣ ਨੇ ਮਾਸੀ ਜੀ ਘਰੋੜ ਕੇ ਕਿਹਾ ਸੀ। ਆਹੋ ਤੁਹਾਡੇ ਵਰਗੇ ਨੂੰ ਸੂਤ ਕਰਨ ਲਈ ਇੱਕ ਦੀ ਮਾਸੀ ਵੀ ਉੱਥੇ ਜ਼ਰੂਰੀ ਹੁੰਦੀ ਹੈ। ਵਿਆਹ ਵਾਲੇ ਕਰਨ ਰੀਵਨ ਨਾਲ ਰਾਹ ਰੋਕੀ ਖੜੀਆਂ ਕੁੜੀਆਂ 'ਚ ਮੈਨੂੰ ਕਿਤੇ ਨਾ ਦਿਸੀ। ਉਹ ਪਿੱਛੇ ਆਪਣੀ ਮਾਂ ਕੋਲ ਕੁਰਸੀ ਤੇ ਬੈਠੀ ਸੀ ਜਿੱਥੇ ਉਹਨੇ ਖੜਨਾ ਸੀ, ਕਿਉਂਕਿ ਸਾਹਮਣੇ ਸਰਵਣ ਵੀ ਤਾਂ ਨਹੀਂ ਸੀ। ਮੁੰਡੇ ਦੇ ਨਾਲ ਟੁਕਿਆ, ਮੁੰਡਿਆਂ ਵਿੱਚ ਸਰਵਣ ਨੂੰ ਨਾ ਦੇਖਿਆ। ਮੈਂ ਆਪਣੀ ਨੂੰਹ ਦੇਖੀ ਤਾਂ ਉਹ ਪਿੱਛੇ ਮੈਲਾ ਜਿਹਾ ਸੂਟ ਪਾਈ ਬੈਠੀ। ਉਸਨੇ ਤਾੜੀਆਂ ਮਾਰ ਮਾਰ ਹੱਸਣਾ ਸੀ ਅੱਜ ਇੱਥੇ, ਆਪ ਕੁਝ ਨਹੀਂ ਸੀ ਬੋਲਣਾ, ਦੂਜੇ ਦੀਆਂ ਗੱਲਾਂ ਸੁਣ ਸੁਣ ਕੇ ਹੱਸਣਾ ਸੀ। ਸਰਵਣ ਕਿੱਥੇ? ਮੈਂ ਹੌਕਾ ਲਿਆ। ਮੈਨੂੰ ਲੱਗਾ ਮੁੰਡੇ ਐਵੇਂ ਵਾਧੂ ਸਮਾਂ ਜਿਹਾ ਲਾਈ ਜਾਂਦੇ। ਯਾਰ ਹੜ ਹੜ ਕਾਹਨੂੰ ਕਰੀ ਜਾਂਦੇ? ਤੁਸੀਂ ਤੁਰ ਜਾਓ, ਹੁਣ ਕੱਟ ਲਓ ਰੀਵਨ ਜਿਹੜਾ ਕੱਟਣਾ। ਕੋਈ ਨਹੀਂ ਵੀਰ ਜੀ, ਤੁਰ ਜਾਂਦੇ ਆ। ਇਹ ਰਾੜਬੀੜ ਕਰਨੀ ਪੈਂਦੀ ਆ, ਮੂਵੀ ਬਣਦੀ ਆ, ਇਮੀਗ੍ਰੇਸ਼ਨ ਵਾਲਿਆਂ ਨੂੰ ਦਿਖਾਉਣੀ ਹੁੰਦੀ ਆ। ਜੇ ਸ਼ਗਨ ਵਿਹਾਰ ਨਾ ਕੀਤੇ ਜਾਣ ਅਗਲਾ ਸਮਝਦਾ ਵਿਆਹ ਨਕਲੀ ਆ। ਉਹਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਮੈਨੂੰ ਇਉਂ ਕਹਿਤਾ। ਮੈਂ ਪਿੱਛੇ ਵੱਲ ਹੋਣ ਲੱਗਿਆ ਤੇ ਉਹਨੇ ਮੈਨੂੰ ਬਾਹਰ ਫੜ ਕੇ ਉੱਥੇ ਖੜਾ ਲਿਆ। ਬੋਲਿਆ, ਵੀਰ ਜੀ ਬਸ ਮਿੰਟ ਕੁ ਹੋਰ ਆ। ਤੇ ਫਿਰ ਮੁੰਡਿਆਂ ਨੇ ਛੇਤੀ ਕਰਨ ਲਈ ਆਖਣ ਲੱਗਿਆ। ਅੰਦਰ ਗਿਆ ਤਾਂ ਤੁਹਾਡਾ ਪੁੱਤਾ ਮੇਰੇ ਲਈ ਚਾਹ ਲਿਆਇਆ। ਹਾਲੇ ਘੁੱਟ ਭਰੀ ਸੀਗੀ। ਦੋ ਤਿੰਨ ਜਾਣੇ ਅਫਸੋਸ ਕਰਨ ਕੋਲ ਆ ਫੇਰ ਖੜੇ ਗਏ। ਮੇਰਾ ਜੀ ਕਰੇ ਕਿ ਕਦੋਂ ਇਹ ਚਾਹ ਪਾਣੀ ਮੁੱਕੇ ਤੇ ਉੱਪਰ ਜਾ ਕੇ ਬੈਠੀ ਜਿੱਥੇ ਆਨੰਦ ਕਾਰਜ ਹੋਣੇ ਆ। ਚਾਹ ਪੀ ਕੇ ਜਦੋਂ ਬਾਹਰ ਨਿਕਲੇ ਤਾਂ ਉੱਥੇ ਮੰਗਤਿਆਂ ਦੀ ਟੋਲੀ ਆ ਕੇ ਖੜ ਗਈ। ਮੇਰੇ ਦਿਮਾਗ 'ਚ ਮੰਗਤਿਆਂ ਬਾਰੇ ਸਰਵਣ ਨਾਲ ਕੀਤੀ ਗੱਲਬਾਤ ਆ ਗਈ। ਇੰਡੀਆ ਦੀ ਤਿਆਰੀ ਕਰਦੇ ਫਿਰਦੇ ਸਰਵਣ ਨੂੰ ਮੈਨੂੰ ਕਿਹਾ ਸੀ, ਸਰਵਣ 5 ਦੇ ਨੋਟ ਨਾਲ ਲੈ ਜੀ ਗੁੱਟੀ, ਵਿਆਹ ਵਾਲੇ ਦਿਨ ਮੰਗਤੇ ਹੁੰਦੇ ਉੱਥੇ, ਕੱਲੇ ਕੱਲੇ ਮੰਗਤੇ ਨੂੰ ਦੇਈ, ਨਹੀਂ ਤਾਂ ਐਵੇਂ ਤਕੜੇ ਝਪਟ ਕੇ ਲੈ ਜਾਂਦੇ ਆ। ਸਾਰਿਆਂ ਨੂੰ ਇਕੱਠੇ ਨਾ ਫੜਾਈ, ਮਾੜਿਆਂ ਦੇ ਹੱਥ ਫਿਰ ਲੱਗਦਾ ਕੁਛ ਨਹੀਂ। ਉਹ ਅੱਗੋਂ ਬੋਲਿਆ, 5 ਨੂੰ ਡੈਡੀ ਉੱਥੇ ਕੌਣ ਪੁੱਛਦਾ? 150 ਤੋਂ ਹੇਠਾਂ ਅੱਜ ਕੱਲ੍ਹ ਮੰਗਤੇ ਵੀ ਗੱਲ ਨਹੀਂ ਕਰਦੇ, ਨਾਲੇ ਕੱਲੇ ਵਿਆਹ ਵਾਲੇ ਦਿਨ ਹੀ ਕਿਉਂ? ਮੈਂ ਤਾਂ ਜਿੱਥੇ ਵੀ ਕੋਈ ਹੱਥ ਅੱਡੂ ਮੈਂ ਤਾਂ ਹਰੇਕ ਨੂੰ ਦੇਵਾਂ। ਉਹ ਚੱਲ ਤੂੰ ਆਪਦਾ ਰਾਂਝਾ ਰਾਜੀ ਕਰ ਲਈ, ਗਰੀਬ ਬੰਦੇ ਦੀਆਂ ਸੀਸੇ ਤਾਰ ਦਿੰਦੀਆਂ ਹੁੰਦੀਆਂ ਨੇ। ਅੱਜ ਤਾਂ ਯਾਰ ਕਿਸੇ ਦੀਆਂ ਸੀਸਾਂ ਨੇ ਵੀ ਨਹੀਂ ਤਾਰਿਆ। ਕਿਸੇ ਨੂੰ ਤਾਂ ਉਹਨੇ ਦਿੱਤੇ ਹੀ ਹੋਣਗੇ, ਕਿਸੇ ਦੀ ਸੀਸ ਬਣਾ ਲੱਗੀ, ਸਗੋਂ ਲੋਕਾਂ ਦੀਆਂ ਨਜ਼ਰਾਂ ਲੈ ਡੁੱਬੀਆਂ। ਸੋਚਦਾ ਮੈਂ ਮੰਗਤਿਆਂ ਦੀ ਲੰਘ ਕੇ ਉੱਪਰ ਦਰਬਾਰ ਸਾਹਿਬ ਵੱਲ ਚਲੇ ਜਾਵਾਂ। ਮੇਰੇ ਮਗਰੀ ਹੋਰ ਵੀ ਕਈ ਉੱਪਰ ਹੀ ਆ ਗਏ। ਵਿਆਹ ਵਾਲੇ ਮੁੰਡੇ ਦਾ ਫੁੱਫੜ ਜਾਣੀ ਮੇਰਾ ਸਾਡੂ ਦਾ ਭਣੋਈਆ ਮੇਰੇ ਕੋਲ ਆ ਕੇ ਬਹਿ ਗਿਆ। ਅਫਸੋਸ ਕਰਨ ਲੱਗ ਗਿਆ। ਮੈਂ ਮਸ਼ੀਨ ਵਾਂਗੂ ਉਹਦੇ ਪ੍ਰਸ਼ਨਾਂ ਦੇ ਉੱਤਰ ਦੇਣ ਲੱਗ ਗਿਆ। ਅਫਸੋਸ ਕਰਨ ਵਾਲਿਆਂ ਦੇ ਵਿੱਚ ਚੱਲਦੇ ਜੇ ਪ੍ਰਸ਼ਨਾਂ ਦੇ ਵਿੱਚ ਦਲਾਸੇ ਮਗਰੋਂ ਮੈਨੂੰ ਉਹ ਹੋਰ ਤੰਗ ਕਰਦੇ ਸੀ। ਉਹ ਪ੍ਰਸ਼ਨ ਮੈਨੂੰ ਹੋਰ ਤੰਗ ਕਰਦੇ ਸੀਗੇ। ਕੋਈ ਮੈਨੂੰ ਪੁੱਛੇ, ਅੱਛਾ ਐਮਰਜੈਂਸੀ ਵੀਜ਼ੇ ਲਵਾਏ ਹੋਣੇ ਫਿਰ ਤਾਂ ਤੁਸੀਂ ਇੱਧਰ ਨੂੰ ਆਉਣ ਨੂੰ, ਹੈ ਨਾ? ਖੜੇ ਪੈਰ ਤਿਆਰੀ ਕਰਨੀ ਔਖੀ ਆ ਭਰਾਵਾ ਵੈਸੇ, ਹੈ ਨਾ? ਜਵਾਕ ਟੈਗੇ ਸੀ ਜਹਾਜ਼ 'ਚ। ਇਹੋ ਜਿਹੇ ਸਵਾਲਾਂ ਦੇ ਜਵਾਬ ਮੈਂ ਕਿੱਥੋਂ ਦੇਵਾਂ ਯਾਰ? ਦੋਸਤਾਂ ਮਿੱਤਰਾਂ ਨੇ ਰਲ ਮਿਲ ਕੇ ਸਾਰੇ ਕੰਮ ਕਰਾ ਕੇ ਚੜਾਤਾ ਜਹਾਜ਼। ਸਾਨੂੰ ਕਿੱਥੇ ਸੁੱਟ ਸੀ, ਡਿੱਗਦੇ ਢਹਿੰਦੇ ਸੀਗੇ, ਇੱਕ ਦੂਜੇ ਨੂੰ ਬੁਲਾਉਂਦੇ। ਮੇਰੇ ਦਿਮਾਗ 'ਚ ਵੱਡੇ ਪੁੱਤੇ ਦਾ ਚਿਹਰਾ ਆ ਗਿਆ। ਜਦੋਂ ਮੈਂ ਰੋਣ ਲੱਗਿਆ ਉਹ ਮੇਰੇ ਮੋਢੇ ਨੂੰ ਪਲੋਸਦਾ, ਮੈਨੂੰ ਟਿਕਿਆ ਦੇਖ ਕੇ ਆਪ ਚੁੱਪਚਾਪ ਪਰਲ ਪਰਲ ਹੰਝੂ ਕੇਰਨ ਲੱਗ ਗਿਆ। ਮੈਂ ਬਥੇਰਾ ਆਪਣੇ ਆਪ ਨੂੰ ਰੋਕਦਾ ਰਿਹਾ, ਮਨ ਉਛਲਦਾ ਰਿਹਾ। ਛੋਟਾ ਬਾਰ-ਬਾਰ ਆਖਦਾ ਸੀ, ਬਾਬਾ ਜੀ ਡੋਂਟ ਵਰੀ। ਆਪਾਂ ਨੂੰ ਜੇ ਡੈਡੀ ਨੇ ਦੇਖ ਲਿਆ ਨਾ ਬੋਲਣ ਲੱਗ ਜਾਣਾ ਉਹਨਾਂ ਨੇ। ਪਰ ਇਹਨੂੰ ਛੋਟੇ ਨੂੰ ਕੀ ਪਤਾ ਸੀ ਪੁੱਤ ਡੈਡੀ ਹੁਣ ਨਹੀਂ ਦੇਖ ਸਕਦਾ। ਜਹਾਜ਼ ਚੜਾਉਣ ਵੇਲੇ ਮੈਨੂੰ ਬਹੁਤ ਨੇ ਕਿਹਾ ਸੀ ਕਿ ਸਰਵਣ ਦੇ ਕੰਮ ਹੁਣ ਮੇਰੇ ਜਿੰਮੇ ਆ ਪਏ ਆ। ਮੈਂ ਆਪਣੀ ਨੂੰਹ ਨੂੰ ਵੀ ਕਹਿਤਾ ਕਿ ਤੂੰ ਪੁੱਤ ਹੁਣ ਇਉਂ ਕਰ। ਮੈਨੂੰ ਪਤਾ ਬੀਬੀ ਤਾਂ ਤੇਰੀ ਪਹਿਲਾਂ ਹੀ ਮੇਰਾ ਸਾਥ ਛੱਡ ਗਈ ਸੀ। ਇੱਕ ਪੁੱਤ ਸੀ ਸਰਵਣ, ਉਹ ਵੀ ਸਾਥ ਛੱਡ ਗਿਆ। ਤੂੰ ਆ 2 ਜਵਾਕ ਆ ਪੁੱਤ। ਮੈਨੂੰ ਪਤਾ ਤੇਰੀ ਸਾਰੀ ਜ਼ਿੰਦਗੀ ਅੱਗੇ ਪਈ ਆ, ਪਹਾੜ ਵਰਗੀ ਜ਼ਿੰਦਗੀ ਆ। ਤੂੰ ਪੁੱਤ ਕਿਤੇ ਹੋਰ ਵਿਆਹ ਕਰਾ ਲਾ, ਪਰ ਮੈਨੂੰ ਨਾ ਮੇਰੇ ਜਿਗਰ ਦੇ ਟੋਟੇ ਦੇ ਟੋਟਿਆਂ ਨੂੰ ਮਿਲਣ ਦੀ ਇਜਾਜ਼ਤ ਦੇ ਦਿਆ ਕਰੀ। ਇਹਨਾਂ ਤੋਂ ਬਿਨਾਂ ਪੁੱਤ ਮੈਂ ਰਹਿ ਨਹੀਂ ਸਕਦਾ। ਮੇਰਾ ਜ਼ਿੰਦਗੀ 'ਚ ਹੋਰ ਕੋਈ ਨਹੀਂ ਦੁਨੀਆ 'ਚ ਪੁੱਤ। ਕਿਤੇ ਕਿਤੇ ਇਹਨਾਂ ਨੂੰ ਬਣਾ ਕੇ ਲੈ ਜਾ ਕਰੀ। ਤੇ ਜਿਹੜਾ ਉਹਨੇ ਜਵਾਬ ਅੱਗੇ ਦਿੱਤਾ, ਕਹਿੰਦੀ ਡੈਡੀ ਤੁਹਾਡਾ ਪੁੱਤ ਤਾਂ ਤੁਹਾਡਾ ਸਾਥ ਛੱਡ ਗਿਆ, ਸਰਵਣ ਦਾ ਸਰਵਣ ਨਿਕਲਿਆ ਨਹੀਂ। ਉਹ ਤਾਂ ਸਾਨੂੰ ਧੋਖਾ ਦੇ ਕੇ ਇਸ ਜ਼ਿੰਦਗੀ ਦੇ ਵਿੱਚ ਇੱਥੇ ਖੜਾ ਕਰ ਗਿਆ, ਪਰ
ਮੈਨੂੰ ਉਹ ਵਿਆਹ ਕੇ ਲੈ ਕੇ ਆਇਆ ਸੀ, ਮੇਰੀ ਡੋਲੀ ਲੈ ਕੇ ਆਇਆ ਸੀ, ਤੇ ਇਸ ਘਰ ਦੇ ਵਿੱਚੋਂ ਮੇਰੀ ਅਰਥੀ ਜਾਓ ਡੈਡੀ। ਤੁਸੀਂ ਮੈਨੂੰ ਆਹ ਕਹਿ ਕੇ ਛੋਟੀ ਨਾ ਕਰੋ, ਮੈਨੂੰ ਛੋਟੀ ਨਾ ਕਰੋ ਡੈਡੀ, ਮੈਨੂੰ ਛੋਟੀ ਨਾ ਕਰੋ। ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ, ਮੈਨੂੰ ਕਿਸੇ ਵਿਆਹ ਦੀ ਜ਼ਰੂਰਤ ਨਹੀਂ, ਮੈਂ ਕਿਤੇ ਨਹੀਂ ਜਾਣਾ ਡੈਡੀ। ਜੇ ਤੁਹਾਡਾ ਪੁੱਤ ਤੁਹਾਡਾ ਸਾਥ ਛੱਡ ਗਿਆ, ਤੁਹਾਨੂੰ ਮੈਂ ਤੁਹਾਡਾ ਬੁਢਾਪਾ ਰੋਣ ਨਹੀਂ ਦੇਣਾ, ਤੁਹਾਨੂੰ ਬਿਰਧ ਆਸ਼ਰਮ 'ਚ ਨਹੀਂ ਜਾਣ ਦੇਣਾ ਡੈਡੀ। ਮੈਂ ਤੁਹਾਡਾ ਪੁੱਤ ਬਣ ਕੇ ਦਿਖਾਉਂ ਡੈਡੀ, ਤੁਹਾਡਾ ਪੁੱਤ ਹੁਣ ਮੈਂ ਬਣ ਕੇ ਦਿਖਾਉਂ। ਇਹ ਸੀ ਅੱਜ ਦੀ ਕਹਾਣੀ। ਤੁਹਾਨੂੰ ਕਿਹੋ ਜਿਹੀ ਲੱਗੀ?